ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਕੀਤੇ ਵਾਅਦੇ ਦੇ ਮੁਤਾਬਕ ਕੁਝ ਜਾਣਕਾਰੀ ਪੇਸ਼ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੀ ਗ੍ਰਾਮ ਸਭਾ ਦਾ ਅਸਲ ਦੇ ਵਿੱਚ ਰੋਲ ਕੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਬਹੁਤ ਸਾਰੇ ਦਰਸ਼ਕ ਇਸ ਤਰ੍ਹਾਂ ਦੇ ਹੋਣ ਜਿਨ੍ਹਾਂ ਨੂੰ ਹਾਲੇ ਤੱਕ ਇਸ ਗੱਲ ਦਾ ਇਲਮ ਨਾ ਹੋਵੇ। ਪਿੰਡ ਦੀ ਪੰਚਾਇਤ ਬਾਰੇ ਸਾਨੂੰ ਪਤਾ ਕਿ ਅਸੀਂ ਉਸ ਨੂੰ ਚੁਣਦੇ ਹਾਂ, ਪੰਚ ਚੁਣਦੇ ਹਾਂ ਪਿੰਡ ਦੀ ਗਿਣਤੀ ਦੇ ਮੁਤਾਬਕ, ਸਰਪੰਚ ਚੁਣਦੇ ਹਾਂ, ਪਰ ਗ੍ਰਾਮ ਸਭਾ ਦੇ ਬਾਬਤ ਹੋ ਸਕਦਾ ਬਹੁਤੀ ਜਾਣਕਾਰੀ ਨਾ ਹੋਵੇ। ਪਰ ਬੀਤੇ ਦਿਨਾਂ ਤੋਂ, ਜਿਸ ਦਿਨ ਤੋਂ ਇਹ ਬਿੱਲ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪਾਸ ਕੀਤੇ ਗਏ, ਉਸ ਦਿਨ ਤੋਂ ਕੁਝ ਇੱਕ ਸੁਨੇਹੇ ਆਉਣ ਲੱਗੇ ਕਿ ਗ੍ਰਾਮ ਸਭਾਵਾਂ ਇਹਨਾਂ ਬਿੱਲਾਂ ਦੇ ਮੁਤਲਕ ਕੁਝ ਚਾਰਾਜੋਈ ਕਰ ਸਕਦੀਆਂ ਨੇ। ਤੁਸੀਂ ਕਮੈਂਟ ਬਹੁਤ ਸਾਰੇ ਕੀਤੇ ਕਿ ਗ੍ਰਾਮ ਸਭਾ ਦੇ ਕੀ ਹੱਕ ਨੇ, ਕੀ ਅਧਿਕਾਰ ਖੇਤਰ ਨੇ, ਗ੍ਰਾਮ ਸਭਾ ਕੀ ਹੈ, ਇਹਦੇ ਬਾਬਤ ਜਾਣਕਾਰੀ ਦਿੱਤੀ ਜਾਵੇ। ਤੁਹਾਡੇ ਨਾਲ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵਾਅਦਾ ਕੀਤਾ ਸੀ ਕਿ ਇਸ ਦੇ ਨਾਲ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕਰਾਂਗਾ। ਸੋ ਆਓ ਅੱਜ ਦੀ ਇਸ ਗੱਲਬਾਤ ਦੇ ਵਿੱਚ, ਇਸ ਵੀਡੀਓ ਦੇ ਰਾਹੀਂ ਪਿੰਡ ਦੀ ਪੰਚਾਇਤ, ਗ੍ਰਾਮ ਸਭਾ ਤੇ ਇੱਕ ਵੋਟਰ ਦਾ ਹੱਕ ਕੀ ਆ, ਕੀ ਹੱਕ ਹਕੂਕ ਨੇ, ਕੀ ਅਧਿਕਾਰ ਖੇਤਰ ਨੇ, ਇਹਦੇ ਤੇ ਗੱਲਬਾਤ ਕਰੀਏ। ਪਰ ਇਹਦੇ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡਾ ਅੱਜ ਦਾ ਇਹ ਵੀਡੀਓ ਚੰਗਾ ਲੱਗਿਆ, ਜਾਣਕਾਰੀ ਪੁਖਤਾ ਲੱਗੀ, ਤਾਂ ਬੇਨਤੀ ਹੈ ਕਿ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਚਾਹੁੰਦਾ ਕਿ ਹਰ ਇੱਕ ਵੋਟਰ ਤੱਕ, ਹਰ ਇੱਕ ਵਿਅਕਤੀ ਤੱਕ ਇਸ ਤਰ੍ਹਾਂ ਦੀ ਜਾਣਕਾਰੀ ਦਾ ਪਹੁੰਚਣਾ ਬਹੁਤ ਲਾਜ਼ਮੀ ਹੈ, ਤਾਂ ਕਿ ਪਿੰਡ ਦੇ ਪੰਚਾਇਤ ਮੈਂਬਰ ਨੂੰ, ਪਿੰਡ ਦੇ ਸਰਪੰਚ ਨੂੰ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ, ਚੁਣੇ ਹੋਏ ਵਿਧਾਇਕ ਨੂੰ, ਮੈਂਬਰ ਪਾਰਲੀਮੈਂਟ ਨੂੰ, ਪ੍ਰਧਾਨ ਮੰਤਰੀ ਨੂੰ ਪਤਾ ਲੱਗ ਜਾਏ ਕਿ ਪੰਜਾਬ ਦਾ, ਭਾਰਤ ਦਾ ਵੋਟਰ ਹੁਣ ਜਾਗਰੂਕ ਹੋ ਚੁੱਕਿਆ ਹੈ। ਤੇ ਇਹਦੇ ਨਾਲ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਠਾ ਦੇਣੇ ਨੱਪ ਲਿਓ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਨਵਾਂ ਵੀਡੀਓ ਅਪਲੋਡ ਹੋ ਚੁੱਕਾ ਹੈ। ਤੇ ਆਓ ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਮ ਸਭਾ ਬੁਲਾ ਕੇ ਇਹਨਾਂ ਬਿੱਲਾਂ ਦਾ, ਜੋ ਹੁਣ ਕਾਨੂੰਨ ਬਣ ਚੁੱਕਾ ਹੈ, ਉਹਦਾ ਵਿਰੋਧ ਕਰਨ ਦੇ ਬਾਬਤ ਬਹੁਤ ਸਾਰੀ ਚਰਚਾ ਚੱਲ ਰਹੀ ਹੈ। ਕੀ ਇਹ ਕੀਤਾ ਜਾ ਸਕਦਾ? ਅਸਲ ਦੇ ਵਿੱਚ ਇਹ ਜਾਣਕਾਰੀ ਬਹੁਤ ਅਹਿਮ ਹੈ, ਲਾਜ਼ਮੀ ਹੈ। ਅਸਲ ਦੇ ਵਿੱਚ ਹੁਣ ਗ੍ਰਾਮ ਸਭਾ ਹੁੰਦੀ ਕੀ ਹੈ? ਪਿੰਡ ਦੀ ਪਾਰਲੀਮੈਂਟ ਆਖੀ ਜਾ ਸਕਦੀ ਹੈ, ਲੋਕਤੰਤਰ ਦੀ, ਜਮਹੂਰੀਅਤ ਦੀ ਮੁੱਢਲੀ ਕੜੀ ਆਖੀ ਜਾ ਸਕਦੀ ਹੈ। ਭਾਰਤੀ ਸੰਵਿਧਾਨ ਦੀ 73ਵੀਂ ਸੋਧ ਦੇ ਨਾਲ ਭਾਰਤ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਜ ਕੀ ਦਰਜਾ ਦਿੱਤਾ ਗਿਆ ਸੀ। ਹੁਣ 73ਵੀਂ ਸੋਧ ਦੇ 20 ਵਰ੍ਹਿਆਂ ਤੋਂ ਬਾਅਦ ਉਸ ਵਕਤ ਦੇ ਪ੍ਰਧਾਨ ਮੰਤਰੀ ਜਾਂ ਤਤਕਾਲੀ ਪ੍ਰਧਾਨ ਮੰਤਰੀ ਆਖ ਸਕਦੇ ਹਾਂ, ਉਹਨਾਂ ਕੋਲ ਇੱਕ ਰਿਪੋਰਟ ਗਈ, ਰਿਪੋਰਟ ਭੇਜੀ ਸੀ ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦੀ ਅਗਵਾਈ ਵਾਲੀ ਇੱਕ ਕਮੇਟੀ ਵੱਲੋਂ। ਤੇ ਕਮੇਟੀ ਨੇ ਕੀ ਕੀਤਾ ਸੀ? ਪੰਚਾਇਤੀ ਰਾਜ ਸੰਸਥਾਵਾਂ ਦੇ ਕੰਮਕਾਜ ਦੀ ਪੜਚੋਲ ਕਰਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ, ਉਸ ਵਕਤ ਦੇ ਮੌਕੇ ਦੇ ਜਾਂ ਤਤਕਾਲੀ ਪ੍ਰਧਾਨ ਮੰਤਰੀ ਆਖੀਏ, ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇੱਕ ਰਿਪੋਰਟ ਸੌਂਪੀ ਸੀ। ਤੇ ਉਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਸਰਪੰਚ ਰਾਜ ਹੈ, ਗ੍ਰਾਮ ਸਭਾਵਾਂ ਜਾਂ ਪੰਚਾਇਤਾਂ ਦਾ ਰਾਜ ਨਹੀਂ। ਦੇਖੋ ਕੈਸੀ ਗੱਲ ਹੈ, ਇਹ ਗੱਲ ਅਹਿਮ ਹੈ ਤੇ ਨੋਟ ਕਰਨ ਵਾਲੀ ਹੈ। ਇਸ ਤੋਂ ਇਲਾਵਾ ਔਰਤਾਂ ਦੇ ਮਾਮਲੇ ਸੰਬੰਧੀ ਵੀ ਇਸ ਰਿਪੋਰਟ ਦੇ ਵਿੱਚ ਇੱਕ ਗੱਲ ਦਰਜ ਸੀ। ਹੁਣ ਇਹ ਤੁਸੀਂ ਵੀ ਨੋਟ ਕਰਿਓ, ਬਹੁਤ ਸਾਰੇ ਪਿੰਡਾਂ ਦੇ ਵਿੱਚ ਔਰਤ ਵਾਸਤੇ, ਤਾਂ ਕਿ ਆਦਮੀ ਤੇ ਔਰਤ ਦਾ ਆਪਸ ਦੇ ਵਿੱਚ ਕੋਈ ਪਾੜਾ ਨਾ ਰਵੇ, ਕੋਈ ਫਰਕ ਨਾ ਰਵੇ, ਪਿੰਡਾਂ ਦੇ ਵਿੱਚ ਸਰਪੰਚੀ ਔਰਤਾਂ ਦੇ ਵਾਸਤੇ ਰਿਜ਼ਰਵ ਕਰ ਦਿੱਤੀ ਗਈ ਹੈ। ਕੀ ਸੱਚੀ ਮੁੱਚੀ ਔਰਤ, ਅਸੀਂ ਸਰਪੰਚ ਤਾਂ ਚੁਣ ਰਹੇ ਹਾਂ ਕਿ ਕੀ ਉਹ ਸਰਪੰਚੀ ਕਰਦੀ ਹੈ? ਸਰਪੰਚੀ ਉਹਦਾ ਘਰ ਵਾਲਾ ਜਿਹੜਾ ਕਿਸੇ ਨੇ ਵੋਟ ਨਹੀਂ ਪਾਈ, ਉਹ ਚੁਣਿਆ ਨਹੀਂ, ਪਿੰਡ ਦੇ ਲੋਕ ਉਹਨੂੰ ਸਰਪੰਚ ਵੀ ਕਹੀ ਜਾਂਦੇ ਆ, ਪਰ ਦਰਅਸਲ ਨਾ ਉਹਦੇ ਕੋਲ ਕੋਈ ਤਾਕਤ ਹੈ, ਨਾ ਉਹ ਸਰਪੰਚੀ ਕਰ ਸਕਦਾ। ਤੁਸੀਂ ਉਸ ਨੂੰ ਚੈਲੰਜ ਕਰ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਤੇਰੀ ਘਰ ਵਾਲੀ ਵੋਟਾਂ ਪਾ ਕੇ ਸਰਪੰਚ ਬਣਾਈ ਆ, ਉਹ ਇੱਥੇ ਆਵੇ, ਪੰਚਾਇਤ ਵਿੱਚ ਆ ਕੇ ਗੱਲ ਕਰੇ। ਪਰ ਅਸੀਂ ਮੂੰਹ ਮਲਾਜੀ ਰੱਖਦੇ ਜਿਹੜਾ ਘਰ ਵਾਲਾ, ਉਹਦਾ ਕੋਈ ਸਰਪੰਚ ਬਣਿਆ ਨਹੀਂ, ਚੁਣਿਆ ਨਹੀਂ, ਸਰਪੰਚੀ ਉਹ ਕਰਦਾ ਹੈ। ਇਸ ਮਾਮਲੇ ਵਿੱਚ ਸਰਪੰਚ ਪਤੀ ਰਾਜ ਆਖਿਆ ਜਾ ਸਕਦਾ ਹੈ। ਹੁਣ ਗ੍ਰਾਮ ਸਭਾਵਾਂ ਨੂੰ ਸਹੀ ਰੂਪ ਨਾਲ ਸਰਗਰਮ ਕਰਨ ਲਈ ਵੱਖਰੇ ਤੌਰ ਤੇ ਗ੍ਰਾਮ ਸਭਾ ਕਾਨੂੰਨ ਬਣਾਉਣ ਦੀ ਸਿਫਾਰਿਸ਼ ਵੀ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਸੀ। ਹੁਣ ਪੰਜਾਬ ਵਿੱਚ ਕੇਂਦਰੀ ਖੇਤੀ ਬਿੱਲਾਂ ਦੇ ਖਿਲਾਫ ਇੱਕ ਅੰਦੋਲਨ ਸ਼ੁਰੂ ਹੋਇਆ। ਤੁਹਾਨੂੰ ਪਤਾ ਹੋਣਾ ਹੈ ਕਿ ਮੋਗਾ ਦੇ ਵਿੱਚ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ 31 ਕਿਸਾਨ ਜਥੇਬੰਦੀਆਂ ਸਾਰੀਆਂ
ਸੰਸਥਾਵਾਂ ਨੇ ਗ੍ਰਾਮ ਸਭਾ ਇਜਲਾਸ ਬੁਲਾ ਕੇ ਖੇਤੀ ਸੰਬੰਧੀ 3 ਕੇਂਦਰੀ ਬਿੱਲਾਂ ਦੇ ਖਿਲਾਫ ਮਤੇ ਪਾਉਣ ਦਾ ਸੱਦਾ ਦਿੱਤਾ। ਹੁਣ ਉਸ ਦਿਨ ਤੋਂ ਸੜਕਾਂ ਦੇ ਉੱਤੇ ਵੀ ਕਿਸਾਨ ਬੈਠੇ ਹੈ, ਰੇਲਾਂ ਵੀ ਰੋਕੀ ਬੈਠੇ ਹੈ। ਸੋ ਅੱਜ ਅਸੀਂ ਇੱਕ ਵਿਸ਼ੇਸ਼ ਰਿਪੋਰਟ ਵੀ ਤੁਹਾਡੇ ਨਾਲ ਪੇਸ਼ ਕਰਾਂਗੇ। ਗੁਰਲਾਲ ਹੋਰਾਂ ਨੂੰ ਫੀਲਡ ਵਿੱਚ ਭੇਜਿਆ ਸੀ, ਤੁਸੀਂ ਦੇਖਿਓ ਕਿ ਹੋ ਸਕਦਾ ਹੈ ਬਰਬਰੀ ਦੇ ਸਿਰਹਾਣੇ ਤੇ ਚਾਦਰਾਂ ਵਿਛਾ ਕੇ ਆ ਲੀਡਰ ਲੋਕ ਆਪਣੇ ਏਸੀ ਲਾ ਕੇ ਸੁੱਤੇ ਪਏ ਹੋਣ, ਪਰ ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਰ ਰਿਹਾ ਹੈ। ਤੁਸੀਂ ਦੇਖੋ ਕਿ ਟ੍ਰੇਨ ਟਰੈਕ ਤੇ ਰੇਲ ਪਟੜੀਆਂ ਦੇ ਸਿਰਹਾਣੇ ਲਾ ਕੇ ਇਸ ਵਕਤ ਉਹ ਕਿੱਥੇ ਸੁੱਤੇ ਪਏ ਆ। ਅਸਮਾਨ ਦੀ ਛੱਤ ਉਹਨਾਂ ਦੇ ਉੱਪਰ ਹੈ ਤੇ ਐਨ ਗਰਮੀ ਦੇ ਵਿੱਚ ਸੁੱਤੇ ਪਏ ਹੈ। ਕੋਈ ਜਾਗ ਰਿਹਾ ਹੈ। ਕਿਉਂ ਅੰਨਦਾਤਾ ਇਸ ਕੰਮ ਵਾਸਤੇ ਮਜਬੂਰ ਹੋਇਆ? ਜੇ ਉਹਨਾਂ ਦੇ ਹੱਕ ਵਿੱਚ ਇਹ ਕਾਨੂੰਨ ਹੈ ਤਾਂ ਕੀ ਅੰਨਦਾਤਾ ਬੇਵਕੂਫ ਹੈ? ਕੀ ਅੰਨਦਾਤਾ ਨੂੰ ਪਤਾ ਨਹੀਂ? ਜੇ ਉਹ ਆਪਣੇ ਖੇਤਾਂ ਦੇ ਵਿੱਚ ਫਸਲ ਉਗਾ ਕੇ ਤੁਹਾਡੇ ਢਿੱਡ ਭਰ ਸਕਦਾ ਹੈ ਤਾਂ ਉਹਨੂੰ ਇਹ ਵੀ ਪਤਾ ਹੈ ਕਿ ਇਹ ਕਾਨੂੰਨ ਮੇਰੇ ਹੱਕ ਦੇ ਨੇ ਜਾਂ ਮੇਰੇ ਵਿਰੋਧ ਦੇ ਨੇ। ਪਰ ਆਓ ਆਪਾਂ ਇਸ ਮਸਲੇ ਦੀ ਅੱਜ ਗੱਲ ਕਰੀਏ। ਹੁਣ ਅਸਲ ਦੇ ਵਿੱਚ ਗ੍ਰਾਮ ਸਭਾ ਕੀ ਹੈ ਤੇ ਬਣਦੀ ਕਿਵੇਂ ਹੈ, ਇਹ ਬਹੁਤ ਵੱਡਾ ਸਵਾਲ ਹੈ। ਸਾਡੇ ਵਿੱਚੋਂ ਹੋ ਸਕਦਾ ਬਹੁਤਿਆਂ ਨੂੰ ਇਸ ਗੱਲ ਦਾ ਇਲਮ ਹੀ ਨਾ ਹੋਵੇ ਕਿ ਗ੍ਰਾਮ ਸਭਾ ਕੀ ਹੈ ਤੇ ਬਣਦੀ ਕਿਵੇਂ ਹੈ। ਹੁਣ ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਦੇ ਮੁਤਾਬਕ ਸੂਬਾ ਸਰਕਾਰ ਨੋਟੀਫਿਕੇਸ਼ਨ ਦੇ ਰਾਹੀਂ ਕਿਸੇ ਪਿੰਡ ਦੇ ਹਿੱਸੇ ਜਾਂ ਛੋਟੇ ਪਿੰਡਾਂ ਦੇ ਸਮੂਹ ਨੂੰ ਗ੍ਰਾਮ ਸਭਾ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ, ਡੈਫੀਨੇਸ਼ਨ ਦਿੰਦੀ ਹੈ। ਭਾਰਤ ਦੇ ਵਿੱਚ 18 ਸਾਲ ਦਾ ਕੋਈ ਵੀ ਵਿਅਕਤੀ, ਭਾਵੇਂ ਉਹ ਆਦਮੀ ਹੈ ਭਾਵੇਂ ਉਹ ਔਰਤ ਹੈ, ਲੜਕਾ ਲੜਕੀ ਹੈ, ਵੋਟਰ ਬਣਨ ਦਾ ਹੱਕ ਰੱਖਦਾ ਹੈ। ਹਰ ਵੋਟਰ ਗ੍ਰਾਮ ਸਭਾ ਦਾ ਆਪਣੇ ਆਪ ਦੇ ਵਿੱਚ ਮੈਂਬਰ ਹੈ। ਗ੍ਰਾਮ ਸਭਾ ਇੱਕ ਤਰ੍ਹਾਂ ਪਿੰਡ ਦੀ ਵਿਧਾਨ ਸਭਾ ਆਖੀ ਜਾ ਸਕਦੀ ਹੈ, ਪਾਰਲੀਮੈਂਟ ਆਖੀ ਜਾ ਸਕਦੀ ਹੈ, ਜਿਹੜੀ ਪੰਚਾਇਤ ਦੀ ਚੋਣ ਵੀ ਕਰਦੀ ਹੈ। ਜਿਵੇਂ ਵਿਧਾਇਕਾਂ ਦੇ ਚੁਣੇ ਜਾਣ ਦੇ ਪਿੱਛੋਂ ਤੁਹਾਨੂੰ ਪਤਾ ਹੈ ਕਿ ਜਿਹੜੀ ਵੱਡੀ ਪਾਰਟੀ ਬਣ ਕੇ ਉੱਭਰਦੀ ਹੈ, ਜੇਕਰ 2017 ਤੇ ਨਜ਼ਰ ਮਾਰਦੇ ਹਾਂ, ਪੰਜਾਬ ਦੇ ਵਿੱਚ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਤੇ ਕਾਂਗਰਸ ਨੇ ਸਰਕਾਰ ਬਣਾ ਲਈ ਤੇ ਆਪਣੇ ਵਿੱਚੋਂ ਇੱਕ ਲੀਡਰ ਚੁਣਦੇ ਆ ਤੇ ਫਿਰ ਉਹ ਮੁੱਖ ਮੰਤਰੀ ਤੇ ਬਾਕੀ ਇੱਕ ਕੈਬਨਿਟ ਚੁਣਦਾ ਹੈ। ਇਸੇ ਤਰੀਕੇ ਦੇ ਨਾਲ ਗ੍ਰਾਮ ਸਭਾ ਵਿੱਚ ਬਹੁਤ ਸੰਮਤੀ ਵਾਲਾ ਸਰਪੰਚ ਅਤੇ ਪੰਚ ਬਣਦੇ ਆ। ਹੁਣ ਸਰਕਾਰ ਵਿਧਾਨ ਪਾਲਿਕਾ ਸਾਹਮਣੇ ਜਵਾਬਦੇਹ ਹੁੰਦੀ ਹੈ ਤੇ ਪੰਚਾਇਤ ਗ੍ਰਾਮ ਸਭਾ ਦੇ ਸਾਹਮਣੇ ਜਵਾਬਦੇਹ। ਪਰ ਅੱਜ ਤੱਕ ਆਪਾਂ ਇਹੀ ਸਮਝੀ ਜਾਂਦੇ ਹਾਂ ਕਿ ਪਿੰਡ ਦੇ ਲੋਕ, ਪਿੰਡ ਦੇ ਵੋਟਰ ਪੰਚਾਇਤ ਨੂੰ ਜਵਾਬਦੇਹ ਨਹੀਂ, ਜਦੋਂ ਕਿ ਅਜਿਹਾ ਨਹੀਂ। ਸਵਾਲ ਇਹ ਹੈ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਪਿੰਡ ਦੀ ਪੰਚਾਇਤ ਗ੍ਰਾਮ ਸਭਾ ਦੇ ਸਾਹਮਣੇ ਜਵਾਬਦੇਹ ਹੈ। ਹੁਣ ਗ੍ਰਾਮ ਸਭਾ ਦੇ ਜੇਕਰ ਸਾਹਮਣੇ ਪਿੰਡ ਦੀ ਪੰਚਾਇਤ ਜਵਾਬਦੇਹ ਹੈ, ਸਰਪੰਚ ਪੰਚ ਜਵਾਬਦੇਹ ਨੇ, ਫਿਰ ਗ੍ਰਾਮ ਸਭਾ ਵੀ ਕੰਮ ਕਿਵੇਂ ਕਰਦੀ ਹੈ? ਹੋ ਸਕਦਾ ਹੈ ਬਹੁਤਿਆਂ ਵਾਸਤੇ ਇਹ ਜਾਣਕਾਰੀ ਬਿਲਕੁਲ ਨਵੀਂ ਤੇ ਨਰੋਈ ਹੋਵੇ। ਗ੍ਰਾਮ ਸਭਾ ਦੇ ਕੰਮ ਕਰਨ ਦਾ ਤਰੀਕਾ ਦੱਸਦੇ ਹਾਂ। ਕਾਨੂੰਨ ਦੇ ਮੁਤਾਬਕ ਗ੍ਰਾਮ ਸਭਾ ਦੇ ਸਾਲ ਵਿੱਚ 2 ਇਜਲਾਸ ਬੁਲਾਏ ਜਾਣੇ ਲਾਜ਼ਮੀ ਨੇ, ਜ਼ਰੂਰੀ ਨੇ। ਕਦੋਂ? ਸਾਉਣੀ ਦੀ ਫਸਲ ਦੀ ਸੰਭਾਲ ਤੋਂ ਬਾਅਦ ਦਸੰਬਰ ਦੇ ਮਹੀਨੇ ਵਿੱਚ ਬੁਲਾਏ ਜਾਣ ਵਾਲੀ ਗ੍ਰਾਮ ਸਭਾ ਦੀ ਮੀਟਿੰਗ ਨੂੰ ਸਾਉਣੀ ਦਾ ਜਨਰਲ ਇਜਲਾਸ, ਤੇ ਹਾੜੀ ਦੀ ਫਸਲ ਜਦੋਂ ਕਟਾਈ ਕਟੂਈ ਹੋ ਜਾਂਦੀ ਹੈ, ਸੰਭਾਲ ਹੋ ਜਾਂਦੀ ਹੈ, ਉਹਦੇ ਤੋਂ ਬਾਅਦ ਜੂਨ ਮਹੀਨੇ ਵਿੱਚ ਬੁਲਾਈ ਮੀਟਿੰਗ ਨੂੰ ਹਾੜੀ ਦਾ ਇਜਲਾਸ ਆਖਿਆ ਜਾਂਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਡੇ ਪਿੰਡ ਦੀ ਪੰਚਾਇਤ ਨੇ ਤਾਂ ਕਦੇ ਆ ਇਜਲਾਸ ਬੁਲਾਈ ਨਹੀਂ, ਪਿੰਡ ਦੀ ਗ੍ਰਾਮ ਸਭਾ ਨੇ ਤਾਂ ਕਦੇ ਆ ਇਜਲਾਸ ਬੁਲਾਈ ਨਹੀਂ। ਬੁਲਾਈਏ ਭਾਈ ਕਿਵੇਂ, ਸਾਨੂੰ ਪਤਾ ਹੀ ਨਹੀਂ। ਹੁਣ ਇਹਦੇ ਵਿੱਚ ਕਾਨੂੰਨ ਕੀ ਕਹਿੰਦਾ ਕਿ ਜਿਹੜਾ ਸਰਪੰਚ ਲਗਾਤਾਰ ਇਹ ਦੋਵੇਂ ਮੀਟਿੰਗਾਂ ਬੁਲਾਉਣ ਦੇ ਵਿੱਚ ਨਾਕਾਮ ਰਹਿੰਦਾ ਹੈ, ਉਹਨੇ ਬੁਲਾਈਆਂ ਨਹੀਂ, ਹੋ ਸਕਦਾ ਤੁਹਾਡੇ ਪਿੰਡ ਦੇ ਸਰਪੰਚ ਨੇ ਵੀ ਕਦੇ ਨਾ ਇਹ ਦੋਵੇਂ ਇਜਲਾਸ ਬੁਲਾਏ ਹੋਣ, ਤਾਂ ਉਹਦਾ ਅਹੁਦਾ ਆਪਣੇ ਆਪ ਵਿੱਚ ਸਮਾਪਤ ਹੋ ਜਾਂਦਾ ਹੈ। ਹੁਣ BDPO ਦੀ ਵੀ ਇਹ ਜ਼ਿੰਮੇਵਾਰੀ ਹੈ, ਜਿਸ ਨੂੰ ਆਪਾਂ ਵੀਡੀਓ ਕਹਿ ਦਿੰਦੇ ਹਾਂ। ਚਲੋ ਮੈਂ ਵੀਡੀਓ ਕਹਿ ਕੇ ਗੱਲਬਾਤ ਕਰ ਲੈਂਦਾ, ਦਰਅਸਲ BDPO ਹੁੰਦਾ। ਹੁਣ BDO ਦੀ ਇਹ ਜ਼ਿੰਮੇਵਾਰੀ ਹੈ ਕਿ ਉਸਨੇ ਤੁਰੰਤ ਜ਼ਿਲ੍ਹੇ ਦੇ DDPO ਨੂੰ ਸੂਚਨਾ ਦੇਣੀ ਹੁੰਦੀ ਹੈ ਤੇ DDPO ਇਹ ਸੂਚਨਾ ਪੰਚਾਇਤ ਸਮਿਤੀ ਅਤੇ ਸਰਪੰਚ ਨੂੰ ਦਿੰਦਾ ਕਿ ਭਾਈ ਆਹ ਕੰਮ ਕਰਨਾ ਲਾਜ਼ਮੀ ਹੈ। ਹੁਣ ਜੇ ਗ੍ਰਾਮ ਸਭਾ ਦਾ ਇਜਲਾਸ ਬੁਲਾਉਣਾ ਹੈ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਇਜਲਾਸ ਨੂੰ ਬੁਲਾ ਕੌਣ ਸਕਦਾ ਹੈ? ਹੁਣ ਗ੍ਰਾਮ ਸਭਾ ਦੀ ਮੀਟਿੰਗ ਬੁਲਾਉਣ ਦਾ ਅਸਲ ਦੇ ਵਿੱਚ ਅਧਿਕਾਰ ਪਿੰਡ ਦੇ ਚੁਣੇ ਹੋਏ ਸਰਪੰਚ ਕੋਲ ਹੈ। ਸਰਪੰਚ ਜਦੋਂ ਚਾਹੇ ਇਹ 2 ਜਨਰਲ ਇਜਲਾਸ ਬਿਨਾਂ ਮਤਾ ਪਾਇਆ 2 ਜਨਰਲ ਇਜਲਾਸਾਂ ਤੋਂ ਬਿਨਾਂ ਮਤਾ ਪਾ ਕੇ ਕੋਈ ਖਾਸ ਭਾਵ ਵਿਸ਼ੇਸ਼ ਇਜਲਾਸ ਵੀ ਬੁਲਾ ਸਕਦਾ ਪਿੰਡ ਦਾ ਸਰਪੰਚ। ਉਸ ਨੂੰ ਕਿਸੇ ਵੀ ਅਧਿਕਾਰੀ ਤੋਂ ਕੋਈ ਪੁੱਛਣ ਦੀ ਜ਼ਰੂਰਤ ਨਹੀਂ, ਕੋਈ ਮਤਾ ਪਾਉਣ ਦੀ ਜ਼ਰੂਰਤ ਨਹੀਂ। ਕੇਵਲ
इजलास बुलाए जाने की जानकारी उसनूं BDPO नूं भेजनी पवेगी, भाई मैं एक विशेष इजलास बुला रहे हैं। पंचायत सकੱਤਰ ते ग्राम सेवक का ग्राम सभा इजलास के विच रहना बहुत लाजमी है, पर आम तौर पर अज तक आप यही सोच रहे हैं, यही महसूस कर रहे हैं कि शायद ग्राम सभा भावें पहली गल तो सानूं ग्राम सभा का नहीं पता, दूसरा सानूं यह कि ग्राम सेवक का काम सिर्फ पिंड दी विच जेकर कोई ग्रांट ग्रूंट आई फिर वह काम है। असल दे विच जिहड़े अजलास ने उन्हां दे विच रहना भी उहदा लाजमी है। हुण ग्राम सभा की हदूद के अंदर काम करते होर किसी कर्मचारी नूं भी ग्राम सभा के इजलास में रहने वास्ते सरपंच वालों ग्राम सभा वालों आख्या जा सकता है। हुण फिर इजलास सांझी जगह पर मिथी तारीख नूं मिथे समय ते बुलाया जाता है। हुण आम तौर पर असीं देखते हैं कि साडे पिंडां दे विच जे असीं पंचायत भी करनी होवे, ग्राम सभा का जेकर किते इजलास बुलाया भी जा रहा होवे, असीं पिंड दे गुरद्वारे ही अनाउंसमेंट करते हैं, गुरद्वारे ही इकट्ठ रख लैंदे हैं। असल दे विच कानून कहंदा है कि किसी भी धार्मिक जगह की हदूद विच इजलास एक कीता नहीं जा सकता, भावें वह गुरद्वारा साहब है, भावें वह मंदिर है, भावें वह मस्जिद है, भावें वह गिरजाघर है। हाँ, किसी पंचायती थां ते कीता जा सकता है, वो दरवाजे किया जा सकता है, पंचायत घर विच कीता जा सकता, वो सत्थ विच कीता जा सकता है, पर किसी भी धार्मिक स्थान ते ये इजलास सद्या जां बुलाया नहीं जा सकता। हुण जेकर सरपंच ग्राम सभा का इजलास बुलावे ना, क्योंकि हक तो सरपंच कोल है, पर हुण सरपंच ये इजलास बुलाउणा नहीं चाहुंदा, तो फिर साडे तुहाडे वर्गे वोटर की कर सकते हैं कि वो इजलास बुला सकते हैं? ये बहुत वड्डा सवाल है। इस सवाल नूं जेकर आपां वेखदे हां कानूनी नुकता निगाह तो, ते जेकर पिंड दा सरपंच ग्राम सभा का इजलास बुलाउंदा नहीं है, तो कानून ने हक दिता होया है कि उस पिंड के संबंधित लोग जां वोटर ने जिहड़े वो 20% एक दरखास्त के उत्ते दस्तखत करन, सरपंच नूं ग्राम सभा का इजलास बुलाउण लई आखण कि आ भाई पिंड के 20% वोटरां दे दस्तखत कीती हुई आ साडी एक पटीशन पई है। पिंड दे विच इजलास तां बुलाउणा लाजमी है, पर यह जरूरी नहीं कि वो 20% वोटरां दे उस दस्तखत कीती हुई पटीशन के उत्ते इजलास बुलावे। जे सरपंच ने तुहाडे वो 20% वोटरां दे दस्तखत कीते भी नज़र अंदाज कर दिते, तो फिर उही दरखास्त पंचायत समति के कार्यकारी अधिकारी जां BDPO नूं दित्ती जा सकती है। फिर 30 दिनों के अंदर अंदर BDPO इजलास बुलाउण लई पाबंद है, समझौता कोई नहीं। जे तुसीं उही दरखास्त BDPO नूं दे दित्ती ना कि असीं पिंड विच ग्राम सभा का इजलास बुलाउणा चाहुंदे हां, तो 30 दिनों के अंदर अंदर BDPO नूं कानून के अनुसार इजलास बुलाउणा पवेगा। हुण अगली गल, फिर वो ग्राम सभा की प्रधानगी कौन करू? जिहड़ा सरपंच इजलास तुहाडे 20% कहे ते बुला नहीं रहा, हो सकदा वो इजलास भी ना आवे। हुण जेकर सरपंच इस इजलास विच आउंदा है तो वैलकम, वो उस इजलास की प्रधानगी कर सकता क्योंकि पिंड का चुनिया होया नुमाइंदा है। जेकर सरपंच आउंदा नहीं, इजलास बुलाउंदा नहीं, तो तुहाडे वल्लों बुलाए इजलास का भी हिस्सा नहीं बनता, तो जे सरपंच गैर हाजरा तो किसी भी हाजिर पंच नूं ग्राम सभा के इजलास की प्रधानगी करने वास्ते ग्राम सभा के वल्लों चुनिया जा सकता है। हुण ग्राम सभा औरतां दीयां समस्यावां, दलितां दीयां समस्यावां जां किसी भी वर्ग की समस्यावां उत्ते विचार चर्चा कर सकती है, उन्होंने हल करने वास्ते फैसले ले सकती है। अजिही विਉਂਤਬੰਦੀ लई भावें जिन्ने मर्जी विशेष इजलास बुलाए जा सकते हैं। 2 का बुलाया जाना लाजमी है, 2 तो वध जिन्ने मर्जी 2 महीने बाद, 3 महीने बाद, 4 महीने बाद, जदों भी ग्राम सभा के मैंबर भाव पिंड के 20% वोटर चाहण, जिन्ने मर्जी इजलास बुला लैण, पाबंदी कोई नहीं। हुण जे पाबंदी कोई नहीं, इजलास बुलाए जा सकते हैं, कि इहदा फिर कोई कोरम भी हुंदा है? ग्राम सभा के कोरम का भी किते कानून दे विच जिक्र किया गया? बिल्कुल है। ग्राम सभा के इजलास के दौरान 20% वोटर, जिस तरह मैं पहला कहा कि 20% वोटरां दे दस्तखत लाजमी ने, उस तरीके 20% वोटरां का इस इजलास के विच हाज़र होना बड़ा लाजमी है। उन्होंने सदन के वास्ते की किया जाए? हुण वोटरां नूं सदन के वास्ते सूचना देनी पैंदी है, वो पिंड के गुरद्वारा साहब राही हो सकती है अनाउंसमेंट, उन्होंने फोन किए जा सकते हैं, उन्होंने चौकीदार के हत्थ सुनेहे भेजे जा सकते हैं। पर हुण तुसीं हर एक पिंड के वोटर नूं ये सुनेहा तां दे दिता,
पर ਇਹਦੇ ਬਾਵਜੂਦ ਵੀ ਜਿਹੜਾ ਸਥਾਨ ਤੇ ਜਿਹੜੀ ਤਰੀਕ ਨਿਸ਼ਚਿਤ ਕੀਤੀ ਗਈ ਸੀ ਉਸ ਦਿਨ 20% ਵੋਟਰ ਪਹੁੰਚੇ ਹੀ ਨਹੀਂ। ਇੱਥੇ ਇੱਕ ਸਮੱਸਿਆ ਹੈ। ਫਿਰ ਤੁਸੀਂ ਉਹ ਗ੍ਰਾਮ ਸਭਾ ਦਾ ਇਜਲਾਸ ਕਰ ਨਹੀਂ ਸਕਦੇ, ਤੁਹਾਨੂੰ ਉਹ ਪੋਸਟਪੋਨ ਕਰਨਾ ਪਏਗਾ। ਤੁਹਾਨੂੰ ਉਹ ਇਜਲਾਸ ਤੁਸੀਂ ਅਗਲੇ ਦਿਨ ਤੇ ਪਾ ਸਕਦੇ ਹੋ ਕਿ ਭਾਈ ਅੱਜ ਕੋਰਮ ਪੂਰਾ ਨਹੀਂ ਹੋਇਆ, 20% ਲੋਕ ਆਏ ਨਹੀਂ, ਪਰ ਅਗਲੇ ਦਿਨ ਕਾਨੂੰਨ ਤੁਹਾਨੂੰ ਇੱਕ ਛੋਟ ਦਿੰਦਾ। ਫਿਰ 20% ਦਾ ਕੋਰਮ ਘਟ ਕੇ ਅਗਲੇ ਦਿਨ ਸਿਰਫ ਜੇਕਰ 10% ਵੋਟਰਾਂ ਨੇ ਵੀ ਹਾਜ਼ਰੀ ਭਰ ਦਿੱਤੀ ਤਾਂ ਉਹ ਕੋਰਮ ਮੰਨਿਆ ਜਾਏਗਾ। ਗ੍ਰਾਮ ਸਭਾ ਦੇ ਮਤੇ ਸਰਬਸੰਮਤੀ ਨਾਲ ਪਾਏ ਜਾ ਸਕਦੇ ਹੈ, ਬਹੁਤ ਸੰਮਤੀ ਨਾਲ ਪਾਏ ਜਾ ਸਕਦੇ ਹੈ, ਤੇ ਉਹ ਮਤਿਆਂ ਦਾ ਕਾਨੂੰਨੀ ਦਰਜਾ ਹੈ। ਹੁਣ ਜੇਕਰ ਕਾਨੂੰਨੀ ਹੱਕ ਨੇ, ਫਿਰ ਆ ਗ੍ਰਾਮ ਸਭਾ ਦਾ ਅਸਲ ਵਿੱਚ ਅਧਿਕਾਰ ਕੀ ਹੈ, ਇਹ ਸਾਨੂੰ ਪਤਾ ਹੋਣਾ ਬਹੁਤ ਲਾਜ਼ਮੀ ਹੈ। ਹੁਣ ਪਿੰਡ ਦੀ ਪੰਚਾਇਤ ਨੇ ਗ੍ਰਾਮ ਸਭਾ ਦੀ ਹਦਾਇਤ ਦੇ ਮੁਤਾਬਕ ਕੰਮ ਕਰਨਾ ਹੁੰਦਾ। ਆ ਬਹੁਤ ਅਹਿਮ ਗੱਲ ਹੈ। ਪਿੰਡ ਦੇ ਵੋਟਰ ਕੀ ਕਰਦੇ ਆ, ਆਪਣੀ ਮਰਜ਼ੀ ਦੇ ਕਿਸੇ ਪੰਚ ਨੂੰ ਤੇ ਸਰਪੰਚ ਨੂੰ ਤਾਂ ਚੁਣ ਲੈਂਦੇ ਨੇ, ਪੰਚਾਇਤ ਚੁਣ ਲਈ ਜਾਂਦੀ ਹੈ, ਤੇ ਬਾਅਦ ਦੇ ਵਿੱਚ ਸਿਰਫ ਇਹ ਸੋਚਦੇ ਰਹਿੰਦੇ ਆ ਕਿ ਪਿੰਡ ਦੇ ਵਿੱਚੋਂ ਭਾਈ ਟੋਬਾ ਵੀ ਡੂੰਘਾ ਕਰੀ ਜਾਂਦਾ ਹੈ, ਜਿਹਨੂੰ ਦਿਲ ਕਰਦਾ ਪਲਾਟ ਵੀ ਕੱਟ ਦੇਈ ਜਾਂਦਾ ਹੈ, ਜਿੱਥੇ ਦਿਲ ਕਰਦਾ ਪ੍ਰੀਮਿਕਸ ਪਾਈ ਜਾਂਦਾ, ਜਿੱਥੋਂ ਦਿਲ ਕਰਦਾ ਉਹ ਕੰਮ ਕਰੀ ਜਾਂਦਾ ਹੈ। ਅਸਲ ਦੇ ਵਿੱਚ ਸਰਪੰਚ ਜਾਂ ਪੰਚਾਇਤ ਇਹ ਕੰਮ ਕਰ ਨਹੀਂ ਸਕਦੀ। ਗ੍ਰਾਮ ਸਭਾ ਦੀ ਹਦਾਇਤ ਦੇ ਮੁਤਾਬਕ ਪਿੰਡ ਦੀ ਗ੍ਰਾਮ ਪੰਚਾਇਤ ਨੇ ਕੰਮ ਕਰਨਾ ਹੁੰਦਾ, ਨਾ ਕਿ ਗ੍ਰਾਮ ਪੰਚਾਇਤ ਦੀ ਹਦਾਇਤ ਦੇ ਮੁਤਾਬਕ ਗ੍ਰਾਮ ਸਭਾ ਨੇ। ਇਹ ਹੱਕ ਦਾ, ਇਸ ਕਾਨੂੰਨ ਦਾ ਤੁਹਾਨੂੰ ਪਤਾ ਹੋਣਾ ਬੜਾ ਲਾਜ਼ਮੀ ਹੈ। ਭਾਵੇਂ ਕੇਂਦਰ ਹੈ, ਭਾਵੇਂ ਰਾਜ ਸਰਕਾਰ ਹੈ, ਉਹਦੀਆਂ ਸਕੀਮਾਂ ਆਉਂਦੀਆਂ ਨੇ, ਪਿੰਡਾਂ ਦੇ ਵਿੱਚ ਬੜੇ ਲਾਭਪਾਤਰੀ ਹੁੰਦੇ ਨੇ। ਇਹ ਸਕੀਮਾਂ ਦੇ ਲਾਭਪਾਤਰੀਆਂ ਦੀ ਨਿਸ਼ਾਨਦੇਹੀ ਵੀ ਅਸਲ ਦੇ ਵਿੱਚ ਗ੍ਰਾਮ ਸਭਾ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਵਿੱਚ ਕੱਚੇ ਘਰਾਂ ਦੀ ਗ੍ਰਾਂਟ, ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪਿੰਡਾਂ ਦੇ ਵਿੱਚ ਕੁਝ ਮਰਲੇ ਸ਼ਾਇਦ 5 ਕਮਰਿਆਂ ਦੇ ਪਲਾਟ ਕੱਟ ਕੇ ਦੇਣੇ, ਆਟਾ ਦਾਲ ਸਕੀਮ, ਬੁਢਾਪਾ ਵਿਧਵਾ ਪੈਨਸ਼ਨ, ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਪਿੰਡ ਦੇ ਲਾਭਪਾਤਰੀਆਂ ਨੂੰ ਗ੍ਰਾਮ ਸਭਾ ਵੱਲੋਂ ਮਨਜ਼ੂਰ ਲਿਸਟ ਰਾਹੀਂ ਮਿਲਦੀਆਂ ਚਾਹੀਦੀਆਂ ਨੇ। ਜੇ ਇਜਲਾਸ ਹੁੰਦਾ ਨਹੀਂ, ਇਜਲਾਸ ਨਾ ਹੋਣ ਦੀ ਸੂਰਤ ਵਿੱਚ ਇਹ ਕੰਮ ਫਿਰ ਆਪਣੇ ਆਪ ਪੰਚਾਇਤ ਕੋਲ ਚਲੇ ਜਾਂਦੇ ਹੈ। ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਿ ਸਾਰੇ ਕੰਮ ਇਹ ਪੰਚਾਇਤਾਂ ਕਰੀ ਜਾਂਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਸਾਡੇ ਹੱਕਾਂ ਦਾ ਪਤਾ ਨਹੀਂ। ਪੰਚਾਇਤਾਂ 5 ਕਰੀ ਜਾਣ, ਪੰਚਾਇਤਾਂ 50 ਕਰੀ ਜਾਣ, ਕਿਉਂਕਿ ਸਾਨੂੰ ਪਤਾ ਹੀ ਕੋਈ ਨਹੀਂ। ਇਸ ਤੋਂ ਇਲਾਵਾ ਮੈਂ ਆਖ ਰਿਹਾ ਸੀ ਕਿ 2 ਇਜਲਾਸ ਬੁਲਾਉਣੇ ਬਹੁਤ ਲਾਜ਼ਮੀ ਨੇ, ਇੱਕ ਸੌਣੀ ਦਾ ਤੇ ਇੱਕ ਹਾੜੀ ਦਾ। ਤੇ ਇਹ ਇਜਲਾਸਾਂ ਦੇ ਵਿੱਚ ਦਰਅਸਲ ਹੋਣਾ ਕੀ ਚਾਹੀਦਾ? ਸੌਣੀ ਦੇ ਇਜਲਾਸ ਦੇ ਵਿੱਚ ਪਿੰਡ ਦੀ ਆਮਦਨ ਅਤੇ ਖਰਚ ਦਾ ਪੂਰਾ ਬਿਊਰਾ ਗ੍ਰਾਮ ਸਭਾ ਤੋਂ ਪਿੰਡ ਦੀ ਪੰਚਾਇਤ ਨੂੰ ਪਾਸ ਕਰਵਾਉਣਾ ਲਾਜ਼ਮੀ ਹੈ। ਤੇ ਜੇਕਰ ਸਰਪੰਚ ਜਾਂ ਪੰਚਾਇਤ ਬਜਟ ਬਣਾਉਣ ਵਿੱਚ ਨਾਕਾਮਯਾਬ ਰਹਿੰਦੇ ਨੇ ਤਾਂ ਪੰਚਾਇਤ ਸਮਿਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਪਿੰਡ ਦਾ ਬਜਟ ਬਣਾਵੇ, ਬਜਟ ਬਣਾਉਣ ਤੋਂ ਬਾਅਦ ਗ੍ਰਾਮ ਸਭਾ ਤੋਂ ਪਾਸ ਕਰਵਾਵੇ। ਇਹ ਨਹੀਂ ਕਿ ਪੰਚਾਇਤ ਨੇ ਜਿਹੜਾ ਬਜਟ ਪਾਸ ਕਰ ਲਿਆ, ਬਣਾ ਲਿਆ ਤੇ ਮਰਜ਼ੀਆਂ ਕਰੇ, ਇੰਜ ਨਹੀਂ ਹੋ ਸਕਦਾ। ਹੁਣ ਇਹ ਤਾਂ ਸੌਣੀ ਦੇ ਇਜਲਾਸ ਦਾ, ਤੇ ਹਾੜੀ ਦੇ ਇਜਲਾਸ ਦੇ ਵਿੱਚ ਫਿਰ ਕੀ ਹੁੰਦਾ? ਹਾੜੀ ਦਾ ਇਜਲਾਸ ਕਾਨੂੰਨ ਦੇ ਮੁਤਾਬਕ ਹਿਸਾਬ ਕਿਤਾਬ ਦੇਣਾ ਉਸ ਇਜਲਾਸ ਦੇ ਵਿੱਚ ਪਿੰਡ ਦੀ ਪੰਚਾਇਤ ਨੂੰ ਲਾਜ਼ਮੀ ਹੈ। ਸਾਰੇ ਕੰਮਾਂ ਦੀ ਤਰਜੀਹ ਕਿ ਪਹਿਲਾਂ ਕਿਹੜਾ ਕੀਤਾ ਜਾਣਾ ਚਾਹੀਦਾ, ਬਾਅਦ ਵਿੱਚ ਕਿਹੜਾ ਕੀਤਾ ਜਾਣਾ ਚਾਹੀਦਾ, ਸਭ ਤੋਂ ਜ਼ਰੂਰੀ ਕੀ ਹੈ, ਤਰਜੀਹ ਕੀ ਹੋਣੀ ਚਾਹੀਦੀ ਹੈ, ਇਹ ਵੀ ਪਿੰਡ ਦੀ ਪੰਚਾਇਤ ਨਹੀਂ, ਗ੍ਰਾਮ ਸਭਾ ਨਿਰਧਾਰਿਤ ਕਰਦੀ ਹੈ। ਪਿੰਡ ਵਿੱਚ ਇੱਕ ਸਰਪੰਚ ਹੋਵੇ ਜਾਂ ਵੱਧ, ਕਿਉਂਕਿ ਬਹੁਤ ਵੱਡੇ ਪਿੰਡ ਨੇ, ਕਈਆਂ ਵਿੱਚ ਇੱਕ ਤੋਂ ਵੱਧ ਪੰਚਾਇਤਾਂ ਬਣਦੀਆਂ ਨੇ। ਪਿੰਡ ਵਿੱਚ ਇੱਕ ਸਰਪੰਚ ਹੋਵੇ, ਇੱਕ ਪੰਚਾਇਤ ਹੋਵੇ ਜਾਂ ਵੱਧ ਹੋਣ, ਇਹ ਫੈਸਲਾ ਵੀ ਗ੍ਰਾਮ ਸਭਾ ਦੀ ਇੱਛਾ ਤੋਂ ਬਗੈਰ ਕੀਤਾ ਨਹੀਂ ਜਾ ਸਕਦਾ। ਹੁਣ ਕਿੰਨੇ ਵੱਡੇ ਹੱਕ ਨੇ, ਕਿੰਨੇ ਅਧਿਕਾਰ ਨੇ। ਹੁਣ ਗ੍ਰਾਮ ਸਭਾ ਦੇ ਦਾਇਰੇ ਵਿੱਚ ਕੁਝ ਨਵੇਂ ਅਧਿਕਾਰ ਸ਼ਾਮਲ ਹੋਏ ਆ ਕਿ ਨਹੀਂ, ਇਹ ਇੱਕ ਬਹੁਤ ਮਹੱਤਵਪੂਰਨ ਗੱਲ ਹੈ। ਅੱਗੇ ਚੱਲ ਕੇ ਇਹ ਵੀ ਦੱਸਾਂਗਾ, ਜੇ ਕੁਝ ਨਵੇਂ ਹੱਕ ਸ਼ਾਮਲ ਹੋਇਆ, ਅਧਿਕਾਰ ਸ਼ਾਮਲ ਹੋਇਆ, ਤਾਂ ਕੁਝ ਖੋਹੇ ਵੀ ਗਏ ਨੇ। ਉਹ ਖੋਹੇ ਕਿਉਂ ਗਏ ਨੇ ਉਹ ਵੀ ਦੱਸਾਂਗਾ, ਪਰ ਜਿਹੜੇ ਨਵੇਂ ਸ਼ਾਮਲ ਹੋਏ ਨੇ ਉਹ ਮੈਂ ਦੱਸਣਾ ਚਾਹੁੰਦਾ। ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ, ਜਿਸ ਨੂੰ ਮਗਨਰੇਗਾ ਕਹਿੰਦੇ ਨੇ, ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ ਬਣਨ ਤੋਂ ਬਾਅਦ ਗ੍ਰਾਮ ਸਭਾ ਦੇ ਅਧਿਕਾਰਾਂ ਦਾ ਦਾਇਰਾ ਵਧਿਆ, ਵੱਡਾ ਹੋਇਆ। ਇਸ ਸਕੀਮ ਤਹਿਤ ਲੇਬਰ ਬਜਟ ਗ੍ਰਾਂਟ ਗ੍ਰਾਮ ਸਭਾਵਾਂ ਰਾਹੀਂ ਮਨਜ਼ੂਰ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ। ਹੁਣ ਇਸ ਸਕੀਮ ਦੇ ਤਹਿਤ ਸਮਾਜਿਕ ਲੇਖਾ ਜੋਖਾ, ਸੋਸ਼ਲ ਆਡਿਟ ਗ੍ਰਾਮ ਸਭਾ ਨੇ ਖੁਦ ਕਰਨਾ ਹੁੰਦਾ ਹੈ। ਇਹਦੇ ਨਾਲ ਸਮਾਂਬੱਧ ਜੌਬ ਕਾਰਡ ਬਣਾਉਣੇ, ਇਸ ਸਕੀਮ ਰਾਹੀਂ ਕੰਮ ਦੇਣ ਵਾਲੇ ਪ੍ਰੋਜੈਕਟਾਂ ਦੀ ਮਨਜ਼ੂਰੀ ਸਮੇਤ ਤਮਾਮ ਕੰਮ
ਗ੍ਰਾਮ ਸਭਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਆ, ਨਾ ਕਿ ਪੰਚਾਇਤ ਦੇ। ਨਿਯਮਾਂ ਅਨੁਸਾਰ ਇਸ ਸਕੀਮ ਰਾਹੀਂ ਮਜ਼ਦੂਰਾਂ ਲਈ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਹਰ ਪਿੰਡ ਵਿੱਚ, ਆਹ ਦੇਖਿਓ ਆਹ ਵੀ ਕਦੇ ਨਹੀਂ ਹੁੰਦਾ ਤੁਹਾਡੇ ਪਿੰਡ ਵਿੱਚ, ਇਸ ਅਧਿਕਾਰ ਦੇ ਰਾਹੀਂ ਮਜ਼ਦੂਰਾਂ ਲਈ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਹਰ ਪਿੰਡ ਵਿੱਚ ਰੁਜ਼ਗਾਰ ਮੇਲਾ ਲੱਗਣਾ ਲਾਜ਼ਮੀ ਹੈ। ਦੱਸਿਓ ਕਿਹੜੇ ਪਿੰਡ 'ਚ ਲੱਗਦਾ? ਕਿਤੇ ਨਹੀਂ ਲੱਗਦਾ ਹੋਣਾ, ਕਿਉਂਕਿ ਜਦ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਹੱਕ ਕੀ ਹੈ, ਅਧਿਕਾਰ ਕੀ ਹੈ, ਤੇ ਸਾਨੂੰ ਪਤਾ ਕਿਵੇਂ ਹੋਵੇ। ਅਗਲਾ ਸਵਾਲ ਫਿਰ ਪੈਦਾ ਇਹ ਹੁੰਦਾ ਹੈ ਕਿ ਗ੍ਰਾਮ ਸਭਾਵਾਂ ਇਹ ਸਾਰੇ ਕੰਮ ਸੱਚਮੁੱਚ ਕਰਦੀਆਂ ਨੇ? ਵੀ ਕੰਮ ਕਿਵੇਂ ਕਰਨ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਗ੍ਰਾਮ ਸਭਾ ਕੀ ਹੈ, ਇੱਕ ਵੋਟਰ ਦਾ ਜਾਂ ਇੱਕ ਗ੍ਰਾਮ ਸਭਾ ਦਾ ਅਸਲ ਦੇ ਵਿੱਚ ਅਧਿਕਾਰ ਖੇਤਰ ਹੈ ਕੀ? ਇਹ ਸਾਰੇ ਕੰਮ ਕਰਨ ਦਾ ਸੰਵਿਧਾਨਕ ਅਧਿਕਾਰ ਗ੍ਰਾਮ ਸਭਾਵਾਂ ਨੂੰ ਸੰਵਿਧਾਨ ਨੇ ਦਿੱਤਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਪੰਚਾਇਤਾਂ ਲੋਕਾਂ ਦੇ ਭਰੋਸੇ ਦਾ ਦੁਰਉਪਯੋਗ ਕਰਦੀਆਂ ਨੇ। ਨਾ ਤਾਂ ਬਹੁਤੀਆਂ ਸਰਪੰਚਾਂ ਨੂੰ, ਪੰਚਾਇਤਾਂ ਨੂੰ, ਪੰਚਾਇਤ ਮੈਂਬਰਾਂ ਨੂੰ ਜਾਣਕਾਰੀ ਹੈ, ਨਾ ਵੋਟਰਾਂ ਨੂੰ ਜਾਣਕਾਰੀ ਹੈ। ਆਹ ਵੀਡੀਓ ਦੇਖਣ ਤੋਂ ਬਾਅਦ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛਿਓ ਕਿ ਉਹਨੂੰ ਪਤਾ ਹੈ ਕਿ ਗ੍ਰਾਮ ਸਭਾ ਕੀ ਹੁੰਦੀ ਹੈ। ਉਹਨੂੰ ਇਹ ਪੁੱਛਿਓ ਕਿ 2 ਇਜਲਾਸ ਬੁਲਾਉਣੇ ਲਾਜ਼ਮੀ ਹੈ, ਤੇ ਜੇ ਬੁਲਾਉਣੇ ਉਹਨੇ ਕਿਹਾ ਹਾਂ ਲਾਜ਼ਮੀ ਨੇ, ਤਾਂ ਉਹਨੂੰ ਪੁੱਛਿਓ ਕਿ ਦੋਵੇਂ ਇਜਲਾਸਾਂ ਦਾ ਨਾਮ ਕੀ ਹੁੰਦਾ। ਇਹ ਪੁੱਛ ਲਿਓ ਕਿ ਸੌਣੀ ਦੇ ਇਜਲਾਸ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਤੇ ਹਾੜੀ ਦੇ ਇਜਲਾਸ ਵਿੱਚ ਕੀ ਕੀਤਾ ਜਾਣਾ ਚਾਹੀਦਾ। ਪਰ ਉਹਨਾਂ ਨੂੰ ਵੀ ਸ਼ਾਇਦ ਪਤਾ ਨਾ ਹੋਵੇ। ਜੇ ਉਹਨਾਂ ਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਸੀ। ਇਸੇ ਕਰਕੇ ਉਹ ਮਨਮਰਜ਼ੀਆਂ ਕਰਦੇ ਆ, ਦੁਰਉਪਯੋਗ ਕਰਦੇ ਆ। ਪੂਰੀ ਜਾਣਕਾਰੀ ਨਾ ਉਹਨਾਂ ਨੂੰ ਪਤਾ ਹੈ, ਨਾ ਪੂਰੀ ਜਾਣਕਾਰੀ ਦੇ ਕੇ ਮਤੇ ਖੁਦ ਪਾਸ ਕਰਦੇ ਰਹਿੰਦੇ ਆ। ਬਹੁਤ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਸਰਗਰਮੀ ਨਹੀਂ ਹੋਈਆਂ। ਇਸ ਕਾਰਨ ਆਪਣੇ ਸਮੁੱਚੇ ਰੂਪ ਨੂੰ ਸਾਕਾਰ ਇਹ ਗ੍ਰਾਮ ਸਭਾਵਾਂ ਕਰ ਹੀ ਨਹੀਂ ਸਕੀਆਂ, ਕਿਉਂਕਿ ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਤੇ ਅਸੀਂ ਉਹਨੂੰ ਸਰਗਰਮ ਕਿਵੇਂ ਕਰਾਂਗੇ? ਆਪਣੇ ਹੱਕਾਂ ਦੀ ਮੰਗ ਕਿਵੇਂ ਕਰਾਂਗੇ? ਆਪਣੇ ਅਧਿਕਾਰਾਂ ਦੀ ਰਾਖੀ ਕਿਵੇਂ ਕਰਾਂਗੇ? ਹੁਣ ਸਵਾਲ ਪੈਦਾ ਹੁੰਦਾ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਇਹ ਤਾਂ ਇੱਕ ਨਵਾਂ ਹੱਕ ਮਿਲਿਆ ਤੇ ਕੁਝ ਖੁੱਸੇ ਵੀ ਤਾਂ ਹੋਣਗੇ। ਖੁੱਸੇ ਕਿਉਂ ਨੇ? ਉਹਦੀ ਵੀ ਜਾਣਕਾਰੀ ਇਹ ਹੈ ਕਿ ਪੰਜਾਬ ਦੇ ਪੰਚਾਇਤੀ ਰਾਜ ਕਾਨੂੰਨ 1994 ਦੇ ਵਿੱਚ ਕਿਸੇ ਵੀ ਸਰਪੰਚ ਦੇ ਕੰਮ ਕਰਨ ਦੀ 2 ਸਾਲਾਂ ਤੱਕ ਨਿਗਰਾਨੀ ਕਰਨ ਤੋਂ ਬਾਅਦ ਜੇ ਸੰਤੁਸ਼ਟੀ ਨਾ ਹੋਵੇ ਤਾਂ ਗ੍ਰਾਮ ਸਭਾ ਬੇਭਰੋਸਗੀ ਦਾ ਮਤਾ ਲਿਆ ਸਕਦੀ ਸੀ। ਆ ਸੁਣਨ ਵਾਲੀ ਗੱਲ ਹੈ ਕਿ ਜੇ 2 ਸਾਲ ਤੁਹਾਨੂੰ ਲੱਗਿਆ ਕਿ ਪਿੰਡ ਦੇ ਸਰਪੰਚ ਨੇ ਕੋਈ ਕੰਮ ਚੰਗਾ ਨਹੀਂ ਕੀਤਾ ਤਾਂ ਪਿੰਡ ਦੀ ਗ੍ਰਾਮ ਸਭਾ ਬੇਭਰੋਸਗੀ ਦਾ ਮਤਾ ਲਿਆਉਂਦੀ ਸੀ। ਹੈ ਨਹੀਂ। ਕਿਉਂ? ਕਿਉਂਕਿ ਇਹ ਅਧਿਕਾਰ ਅਸੀਂ ਆਪਣੇ ਆਪ ਗਵਾ ਲਿਆ, ਸਾਨੂੰ ਪਤਾ ਨਹੀਂ ਸੀ। ਅਜਿਹੇ ਇਜਲਾਸ ਦੇ ਵਿੱਚ ਗ੍ਰਾਮ ਸਭਾ ਦੇ 2/3 ਬਹੁਮਤ ਦੇ ਨਾਲ ਸਰਪੰਚ ਨੂੰ ਅਹੁਦੇ ਤੋਂ ਹਟਾ ਕੇ ਨਵੇਂ ਸਰਪੰਚ ਦੀ ਚੋਣ ਕਰਵਾਈ ਜਾ ਸਕਦੀ ਸੀ। ਕਿਉਂਕਿ ਪੰਜਾਬ ਦੇ ਵਿੱਚ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 2008 ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਪੰਚਾਂ ਦੇ ਵਿੱਚੋਂ ਸਰਪੰਚ ਚੁਣਨ ਦਾ ਇੱਕ ਤਰੀਕਾ ਬਣਾਇਆ ਗਿਆ, ਤਰਕੀਬ ਬਣਾਈ ਗਈ ਕਿ ਹੁਣ ਸਿਸਟਮ ਇਹ ਹੋਏਗਾ, ਪਹਿਲਾਂ ਪਿੰਡ ਦੇ ਪੰਚ ਚੁਣਾਂਗੇ, ਇਹਦੇ ਵਿੱਚੋਂ ਆਪਣਾ ਇੱਕ ਲੀਡਰ ਚੁਣਨਗੇ, ਜਿਵੇਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਚੁਣੇ ਜਾਂਦੇ ਨੇ, ਅਤੇ ਵਾਪਸ ਬੁਲਾਉਣ ਦਾ ਹੱਕ ਵੀ 2/3 ਪੰਚਾਂ ਨੂੰ ਦੇ ਦਿੱਤਾ ਗਿਆ। ਫਿਰ ਇਹਦੇ ਨਾਲ ਇੱਕ ਅੰਦਰ ਲਲ ਘੁੱਟ ਖੜੀ ਪੰਚਾਂ ਦੇ, ਲਾਲਚ ਪੈਦਾ ਹੋ ਗਿਆ। ਹਰ ਪੰਚ ਸਰਪੰਚ ਬਣਨ ਨਾਲ ਲੁੱਚਣ ਲੱਗਿਆ। ਇਸ ਕਰਕੇ ਉਹ ਬੇਭਰੋਸਗੀ ਦੇ ਮਤੇ ਲਿਆਉਣ ਲੱਗੇ, ਲਾਈਨਾਂ ਲਾ ਦਿੱਤੀਆਂ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਕੱਦਮਿਆਂ ਦੀ ਝੜੀ ਲੱਗ ਗਈ। ਫਿਰ ਸਰਕਾਰ ਨੂੰ ਇਹ ਸੋਧ ਵਾਪਸ ਲੈਣੀ ਪਈ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਸੋਧ ਤਾਂ ਵਾਪਸ ਲੈ ਲਈ ਗਈ, ਪਰ ਗ੍ਰਾਮ ਸਭਾ ਦਾ ਹੱਕ ਮੁੜ ਕੇ ਉਸ ਨੂੰ ਮਿਲ ਨਾ ਸਕਿਆ, ਕਿਉਂਕਿ ਸਾਨੂੰ ਅਸਲ ਤੱਕ ਅੱਜ ਤੱਕ ਹੱਕ ਇਸਤੇਮਾਲ ਕਰਨਾ ਹੀ ਨਾ ਆਏ ਕਿ ਸਰਪੰਚ ਨੂੰ ਹਟਾਇਆ ਜਾ ਸਕਦਾ ਹੈ। ਹੁਣ ਸਰਪੰਚ ਨੂੰ ਹਟਾਉਣ ਦਾ ਜਾਂ ਉਸ ਨੂੰ ਪਾਸੇ ਕਰਕੇ ਪ੍ਰਬੰਧਕ ਲਗਾ ਕੇ ਕੰਮ ਚਲਾਉਣ ਦਾ ਹੱਕ ਅਧਿਕਾਰੀਆਂ ਕੋਲ ਚਲਾ ਗਿਆ, ਜਿਹੜਾ ਪਹਿਲਾਂ ਗ੍ਰਾਮ ਸਭਾਵਾਂ ਕੋਲ ਸੀ। ਸੰਵਿਧਾਨਕ ਸੋਧ ਦੀ ਰੂਹ ਦੇ ਅਨੁਸਾਰ ਅਧਿਕਾਰੀ ਗ੍ਰਾਮ ਸਭਾ ਕੋਲ ਹੋਣਾ ਚਾਹੀਦਾ, ਜਿਹੜਾ ਇਹ ਅਧਿਕਾਰ ਸੀ ਕਿ ਸਰਪੰਚ ਲਾਉਣਾ ਜਾਂ ਸਰਪੰਚ ਨਵਾਂ ਬਣਾਉਣਾ, ਪਰ ਇਹ ਅਧਿਕਾਰ ਖੁੱਸ ਗਿਆ, ਇਹ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਚਲਾ ਗਿਆ। ਹੁਣ ਅਗਲਾ ਸਵਾਲ ਹੈ ਜਿਹੜਾ ਇਸ ਵਕਤ ਦਾ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਲੋਕ ਆਖ ਰਹੇ ਨੇ, ਮੈਂ ਵੇਖ ਰਿਹਾ ਭਗਵੰਤ ਮਾਨ ਵੀ ਆਖ ਰਹੇ ਨੇ, ਵਿਜੇ ਇੰਦਰ ਸਿੰਗਲਾ ਵੀ ਆਖ ਰਹੇ ਨੇ, ਕੁਝ ਹੋਰ ਲੀਡਰਾਂ ਨੇ ਵੀ ਆਖਿਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ, ਗ੍ਰਾਮ ਸਭਾਵਾਂ ਮਤੇ ਪਾਉਣ ਤਾਂ ਕਿ ਕਾਨੂੰਨੀ ਕੋਈ ਇਹਦਾ ਹੱਕ ਕੋਈ ਅਸਰ ਪਵੇਗਾ। ਗ੍ਰਾਮ ਸਭਾ ਦੇ ਮਤੇ ਕੇਂਦਰੀ ਬਿੱਲਾਂ ਤੇ ਕੋਈ ਪ੍ਰਭਾਵ ਪਾਉਣਗੇ, ਜਿਹੜਾ ਹੁਣ ਕਾਨੂੰਨ ਬਣ ਚੁੱਕਾ, ਕੀ ਇਹਦੇ ਤੇ ਕੋਈ ਪ੍ਰਭਾਵ ਪਵੇਗਾ? ਹੁਣ ਅਸਲ ਦੇ ਵਿੱਚ ਗ੍ਰਾਮ ਸਭਾ ਕਾਨੂੰਨ ਘੜਨ ਵਾਲੀ ਕੋਈ ਸੰਸਥਾ ਨਹੀਂ। ਪਹਿਲੀ ਗੱਲ ਇਹ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਗ੍ਰਾਮ ਸਭਾ ਕੋਈ ਕਾਨੂੰਨ ਘਾੜੀ ਨਹੀਂ, ਕਾਨੂੰਨ ਘੜਨ ਵਾਲੀ ਸੰਸਥਾ ਨਹੀਂ,
पर हाँ, ये ना भुल्लीए कि जमहूरीयत की सब तो मुढ़ली इकाई पिंड पੱਧਰ की ਵਿਉਂਤਬੰਦੀ करने वाली, प्रोजैक्टां ते अमल करवाउण वाली, अधिकार रखण वाली संस्था है ग्राम सभा। पंजाब की विधान सभा ने तीनों ही खेती बिलों, बिजली सोध बिल 2020 के खिलाफ मते पा दिते हुए है। उसका यह संकेत है कि पंजाब की चुनी गई सब तो वड्डी संस्था इन्हां आर्डीनेंसां, इन्हां बिलों जां इस कानून के खिलाफ है। इस दे नाल इखलाकी दबाव जरूर बनता है। इसी तरह ग्राम सभावां दे मते भी इखलाकी दबाव बनाउणगियां। हुण सवाल यह है कि जे इखलाकी दबाव बनाउणगियां तां फिर इन्हां मतियां दा कोई लाभ भी होवेगा जां नहीं। हुण ये ग्राम सभावां दे राहीं पाउण वाले मतियां दा वड्डा लाभ एक संदेश नूं अमली रूप विच लोकां दे सामणे, सरकार दे सामणे पेश करन दा सब तो वड्डा जरिया है कि खेती बिलों का जां इस कानून का माड़ा असर केवल किसानां उत्ते नहीं बल्कि समुचे भारत ते समुचे समाज ते समुचे लोकां ते पवेगा। इन्हां मतियां दे राहीं पिंड एक इकाई के तौर पर ऐन वड्डा ताकतवर होकर सामने आएगा, जिस दे विच मजदूर भी, किसान भी, दुकानदार भी, व्यापारी भी ते होर कित्तियां वाले लोग भी शामिल होणगे। सिर्फ पिंडां विच ही नहीं, अजिहे मते शहरी वार्ड दीआं सभावां वल्लों भी जेकर पा दित्ते जाण तां शहरां दी राय भी समूहक रूप विच सामने आएगी। लोकां तक जानकारी सही रूप नाल पहुंच सकदी है। इजलासां दे दौरान समाज के होर तबके अपनी गल भी रख सकणगे। मिसाल के तौर पर दलितां नूं शामलाट जमीनां दा कानून मुताबक मिलण वाला 1/3 हिस्सा सहमति दे नाल देना, फाइनांस कंपनी की जकड़ विच आईयां पेंडू गरीब औरतों का मुद्दा भी इस अंदोलन में शामिल हो सकता है। जिहड़ी मैं मनरेगा स्कीम की गल कर रहा सी, इहदे राहीं किसान, मजदूर जां रोज़गार के वध मौके किवें प्रदान किए जा सकते हैं। जदों आपसी डायलाग होएगा, संवाद होएगा, इहदे नाल भाईचारक सांझ मजबूत होवेगी, गलतफहमियां दूर होणगियां। ग्राम सभावां जिसका आपां जिक्र कर रहे हैं कि की हक रखदियां ने, वो की कर सकदियां ने जदों वो सरगर्म होणगियां। ये सरगर्मियां सियासी धड़ेबंदियां जिहड़ियां होईयां ने जां जिहड़ियां पार्टियां ने, उन्हां नूं पता लग जाना है कि पिंड हुण एक सुर हो चुके हैं। इन्हां नूं हुण बेवकूफ नहीं बनाया जा सकता, इन्हां नूं हुण लारे नहीं लाए जा सकते। पिंडां दीआं पंचायतां ने खास तौर पर सरपंच भी पार्टी की बजाय पिंड का सरपंच बन के माण खट के संतुष्टि महसूस करनगे। पर यह है कि जेकर असीं एक मुठ होवांगे तां हुण ਜਿਹੜੇ ग्राम सभावां मन लो मते भी पा देणगियां, पिंडां दे विच लोक जागरूक हो भी रहे ने ते हो भी जाणगे। तो फिर ये मते कि भारत की केंद्र सरकार ते कोई असर रखणगे? हुण सब तो वड्डा सवाल ये भी है। हुण ये है कि जेकर ग्राम सभावां दे मते केवल पिंडां विच ही रह जाणगे तां मीडिया राहीं इन्हां दीआं भावनावां समाज के हर एक कॉर्नर च पहुंचणगीਆਂ, क्योंकि मीडिया का यह फर्ज है कि एक इस लोक लहर का हिस्सा बनिया जाए। ग्राम सभावां संबंधित धिरां जां जथेबंदियां इन्हां मतियां नूं प्रशासन तक, SDM तक, DC तक, मुख मंत्री तक, प्रधानमंत्री तक, इत्थों तक राष्ट्रपति तक पत्रां दे रूप विच पुजदा कर सकदियां ने। पिंडां दे विच लगभग 12,000 तो वध ते पंजाब दे विच ही पिंड है। पूरे भारत विच किन्ने पिंड होणगे? ग्राम सभावां दे मते पिंड नवीं तरह की सरगर्मी का आधार बन सकते हैं, जिहड़ी आर्थिक तौर पर, समाजिक तौर पर साडी लुੱਟ खसुੱਟ की जा सकती है, उहदे तो बचाउण वास्ते एक वड्डा जरिया बन सकती है। इस तो अगे पंचायती राज संस्थावां नूं 27 वरियां तो ना दिते गए 29 विभागां दे वित्त, काम अते कामिਆਂ ਦੇ कंट्रोल वाले संविधानक अधिकारां दी मुहिम नूं अगे वधाउण दा मौका मिल सकता है। पर यह तां है जे असीं इस वक्त एक सुरता, एकजुटता दिखावांगे। पर जेकर असीं ये होया कि उत्थे अकालियां ने धरना ला लिता, 5 दिनों बाद उन्होंने धरना चुक लिया, ਜਿਹੜੇ अकालियां ਦੇ धरने ਵਿੱਚ बैठे होणगे वो फिर किसानां वाले संघर्ष मोर्चे ਵਿੱਚ किहड़े मूँह नाल आउणगे? क्योंकि इस चीज़ ਨੂੰ साबोताज करने ਲਈ, इस चीज़ ਨੂੰ तार पीडो करने वास्ते बहुत सारिया विਉਂਤਾਂ ਜਾਂ ਗੁੰਦੀਆਂ जा रही होणगीਆਂ। किसान वीरों, संघर्ष कर रहे मजदूरों, किसान मजदूर एकता, ਉਹਦੇ ਨਾਲ वकील भी खड़ गए ने, कलाकार भी खड़ गए ने, फनकार भी खड़ गए ने। ये एक वक्त है, भावें भारत के राष्ट्रपति ने ये उत्ते कानून की मोहर ला दी है, पर जदों कोई लोक लहर पैदा होंदी है तो उहदे विच सब तो वध ते वड्डा रोल जेकर कोई अदा कर सकता है
ਤਾਂ ਉਹ ਪਿੰਡ ਦੇ ਲੋਕ, ਸ਼ਹਿਰਾਂ ਦੇ ਲੋਕ ਇਕੱਠੇ ਹੋ ਕੇ ਇੱਕ ਸੁਰ ਹੋ ਕੇ ਕਰ ਸਕਦੇ ਆ। ਸੋ ਦੋਸਤੋ, ਗ੍ਰਾਮ ਸਭਾਵਾਂ ਕੀ ਹੱਕ ਰੱਖਦੀਆਂ ਨੇ, ਗ੍ਰਾਮ ਸਭਾਵਾਂ ਕੀ ਕਰ ਸਕਦੀਆਂ ਨੇ, ਗ੍ਰਾਮ ਸਭਾਵਾਂ ਪੰਚਾਇਤਾਂ ਨੂੰ ਕਿਵੇਂ, ਸਰਕਾਰਾਂ ਨੂੰ ਕਿਵੇਂ ਜਵਾਬਦੇਹ ਬਣਾ ਸਕਦੀਆਂ ਨੇ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪੁਖਤਾ ਲੱਗੀ ਹੋਏਗੀ, ਤੇ ਜੇਕਰ ਸੱਚੀ ਮੁੱਚੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਹ ਜਾਣਕਾਰੀ ਹਰ ਇੱਕ ਬਸ਼ਰ ਕੋਲ, ਹਰ ਇੱਕ ਵੋਟਰ ਤੱਕ, ਹਰ ਇੱਕ ਵਿਅਕਤੀ ਕੋਲ ਪਹੁੰਚਣੀ ਬਹੁਤ ਲਾਜ਼ਮੀ ਹੈ। ਹੁਣ ਇਹ ਅਗਲਾ ਫਰਜ਼ ਤੁਹਾਡਾ ਹੈ, ਇਹਨਾਂ ਫਰਜ਼ਾਂ ਦੀ ਪੂਰਤੀ ਕਰਨੀ ਭੁੱਲਿਓ ਨਾ। ਆਪ ਜ਼ਰੂਰ ਵੇਖ ਕੇ ਅੱਗੇ ਇਸ ਵੀਡੀਓ ਨੂੰ ਜ਼ਰੂਰ ਪੁੱਜਦੀ ਕਰ ਦਿਓ, ਤਾਂ ਕਿ ਪਿੰਡ ਦਾ ਚੁਣਿਆ ਸਰਪੰਚ ਜਾਂ ਪੰਚ ਮਨਮਰਜ਼ੀ ਨਾ ਕਰ ਸਕੇ, ਚੁਣੀ ਹੋਈ ਸਰਕਾਰ ਭਾਵੇਂ ਰਾਜ ਆ ਭਾਵੇਂ ਕੇਂਦਰ ਸਰਕਾਰ ਹੈ ਮਨਮਰਜ਼ੀ ਨਾ ਕਰ ਸਕੇ। ਆਓ ਉੱਠੀਏ, ਖੜੇ ਹੋਈਏ, ਆਪਣੇ ਹੱਕਾਂ ਲਈ ਜੂਝੀਏ। ਸੋ ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲਿਓ। ਇਹਦੇ ਨਾਲ ਵੀਡੀਓ ਲਾਈਕ ਤੇ ਸ਼ੇਅਰ ਕਰਨ ਵਾਲੀਆਂ ਇਸ ਵਕਤ ਮੈਂ ਖੁੱਲ੍ਹ ਕੇ ਕਹਾਂਗਾ ਕਿ ਧੱਜੀਆਂ ਹੀ ਉਡਾ ਦਿਓ। ਹਰ ਇੱਕ ਵਿਅਕਤੀ ਕੋਲ ਇਹ ਵੀਡੀਓ ਪਹੁੰਚਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਆਗਿਆ ਚਾਹੁੰਦਾ, ਪਰ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।